ਪਿਛਲੇ ਸਾਲ ਕਰੋਨਾ ਮਹਾਮਾਰੀ ਦਾ ਤਾਲੀਆਂ ਥਾਲੀਆਂ ਨਾਲ ਟਾਕਰਾ ਕਰ ਰਹੇ ਭਾਰਤ ਲਈ ਇਸ ਦੀ ਦੂਜੀ ਲਹਿਰ ਇਸ ਕਦਰ ਵਿਨਾਸ਼ਕਾਰੀ ਹੋਵੇਗੀ, ਇਸ ਦਾ ਅੰਦਾਜ਼ਾ ਕਿ ਮੋਦੀ ਸਰਕਾਰ ਨੂੰ ਨਹੀਂ ਸੀ। ਕਰੋਨਾ ਦੇ ਖਾਤਮੇ ਸਮੇਤ ਕਰੋਨਾ ਵੈਕਸੀਨ ਦੀ ਡੋਜ਼ ਪੂਰੀ ਦੁਨੀਆ ਨੂੰ ਵੰਡਣ ਦੇ ਦਮਗਜੇ ਮਾਰ ਰਹੀ ਮੋਦੀ ਸਰਕਾਰ ਹੁਣ ਲੰਘਿਆ ਵੇਲਾ ਨਾ ਸਾਂਭਣ ਲਈ ਜ਼ਾਹਰ ਤੌਰ ਤੇ ਪਛਤਾ ਰਹੀ ਹੋਵੇਗੀ। ਗੱਲ ਵੱਸੋਂ ਬਾਹਰ ਹੋ ਚੁੱਕੀ ਹੈ। ਮੁਲਕ ਦਾ ਸਿਹਤ ਢਾਂਚਾ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਸੰਭਾਲਣ ਦੇ ਸਮਰੱਥ ਨਹੀਂ, ਲਿਹਾਜ਼ਾ ਆਉਂਦੇ ਦਿਨ ਭਿਆਨਕ ਤਬਾਹੀ ਦੀ ਆਹਟ ਦੇ ਰਹੇ ਹਨ। ਕਰੋਨਾ ਤੋਂ ਬਚਾਅ ਦਾ ਨਾਰਾ ਸੀ, ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿਲਾਈ ਨਹੀਂ। ਮੈਨੂੰ ਪਤਾ ਸੀ ਕਿ ਵੈਕਸੀਨ ਹੀ ਰਾਮਬਾਣ ਹੈ, ਤਾਂ ਸਭ ਤੋਂ ਜ਼ਰੂਰੀ ਚੀਜ਼ ਵੈਕਸੀਨ ਤੇ ਅਸੀਂ ਕਿਉਂ ਧਿਆਨ ਨਹੀਂ ਦਿੱਤਾ। 19 ਜਨਵਰੀ 2021 ਨੂੰ ਪੀਐਮ ਮੋਦੀ ਕਹਿ ਰਹੇ ਸਨ ਕਿ ਵਿਸ਼ਵ ਨੂੰ ਵੈਕਸੀਨ ਸਪਲਾਈ ਕਰਨ ਤੇ ਸਾਨੂੰ ਗਰਵ ਹੋ ਰਿਹਾ ਹੈ। ਅਪ੍ਰੈਲ ਆਉਂਦੇ ਨੌਬਤ ਇਹ ਆ ਗਈ ਕਿ ਅਸੀਂ ਵੈਕਸੀਨ ਨਿਰਯਾਤਕ ਤੋਂ ਆਯਾਤਕ ਬਣ ਗਏ। ਨਾ ਸਿਰਫ ਆਪਣੀ ਹੀ ਜਾਨ ਜ਼ੋਖਮ ਵਿੱਚ ਪਾਈ, ਬਲਕਿ 60 ਤੋਂ ਵੱਧ ਗਰੀਬ ਦੇਸ਼ ਵੀ ਮੁਸੀਬਤ ਵਿੱਚ ਪੈ ਗਏ। ਇਹਨਾਂ ਦੇਸ਼ਾਂ ਨੂੰ ਭਾਰਤ ਤੋਂ ਵੈਕਸੀਨ ਮਿਲਣੀ ਸੀ, ਪਰ ਘਰੇਲੂ ਜ਼ਰੂਰਤਾਂ ਦੇ ਕਾਰਨ ਸੀਰਮ ਕਰਾਰ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ ਅਤੇ ਉਸ ਨੂੰ ਲੀਗਲ ਨੋਟਿਸ ਮਿਲ ਚੁੱਕੇ ਹਨ। ਕਿੱਥੇ ਗਲਤੀ ਹੋਈ, ਇਹ ਇੱਕ ਵੱਡਾ ਸਵਾਲ ਹੈ। ਜਦੋਂ ਅਮਰੀਕਾ, ਇੰਗਲੈਂਡ ਵਰਗੇ ਦੇਸ਼ ਕਈ ਵੈਕਸੀਨ ਤੇ ਦਾਅਵ ਲਗਾ ਰਹੇ ਸਨ ਤਾਂ ਅਸੀਂ ਦੋ ਦੇ ਭਰੋਸੇ ਰਹਿ ਗਏ। ਉਹਨਾਂ ਵਿੱਚੋਂ ਇੱਕ ਐਸਟਰਾਜੈਨਿਕਾ ਲਿਆਉਣ 'ਚ ਸਰਕਾਰ ਨਹੀਂ ਸੀਰਮ ਦੀ ਭੂਮਿਕਾ ਸੀ। ਐਨਾ ਹੀ ਨਹੀਂ, ਵੈਕਸੀਨ ਬਣਾਉਣ ਵਾਲਿਆਂ ਨੂੰ ਲੇਟ ਤੋਂ ਆਰਡਰ ਦਿੱਤਾ, ਜ਼ਰੂਰਤ ਪਰ ਆਰਡਰ ਨਹੀਂ ਦਿੱਤਾ। 16 ਜਨਵਰੀ 2021 ਨੂੰ ਸਾਡੀ ਵੈਕਸੀਨੇਸ਼ਨ ਅਭਿਆਨ ਸ਼ੁਰੂ ਹੋਇਆ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਤੱਕ, ਜੀ ਹਾਂ ਰਿਪੀਟ ਕਰਦਾ ਹਾਂ, ਜਨਵਰੀ ਦੇ ਪਹਿਲੇ ਹਫ਼ਤੇ ਤੱਕ S11 ਨੂੰ ਹੀ ਨਹੀਂ ਪਤਾ ਸੀ ਕਿ ਭਾਰਤ ਸਰਕਾਰ ਨੂੰ ਕਦੋਂ ਤੱਕ ਕਿੰਨੇ ਟੀਕਿਆਂ ਦੀ ਲੋੜ ਹੈ। ਨਤੀਜਾ ਅਪ੍ਰੈਲ ਵਿੱਚ ਇਸ ਦੀ ਸਮਰੱਥਾ ਕਰੀਬ 6-7 ਕਰੋੜ ਡੋਜ਼ ਪ੍ਰਤੀ ਮਹੀਨੇ ਅਤੇ ਭਾਰਤ ਬਾਇਓਟੈਕ ਦੀ ਸਪਲਾਈ 1.2 ਕਰੋੜ ਹਰ ਮਹੀਨੇ ਤੱਕ ਹੀ ਪਹੁੰਚ ਪਾਈ। ਵੈਕਸੀਨ ਦੀ ਕਮੀ ਦਾ ਹੱਲਾ ਮਚਿਆ ਤਾਂ ਇਹਨਾਂ ਕੰਪਨੀਆਂ ਨੇ ਸਮਰੱਥਾ ਵਧਾਉਣ ਦੀ ਗੱਲ ਕੀਤੀ, ਪਰ ਵਕਤ ਲੱਗੇਗਾ। ਵਕਤ ਪੈਸਾ ਜਟਾਉਣ 'ਚ, ਵਕਤ ਪਲਾਂਟ ਖੜਾ ਕਰਨ 'ਚ ਕੋਈ ਨਹੀਂ ਬੋਲੇਗਾ। ਪਰ ਜਿਸ ਵੈਕਸੀਨ ਦੇ ਲਈ ਕੰਪਨੀਆਂ ਨੇ 1500 ਰੁਪਏ ਦੀ ਉਮੀਦ ਕੀਤੀ ਸੀ, ਉਸ ਨੂੰ 150-200 'ਚ ਦੇਣਾ ਪਵੇ ਤਾਂ ਕੀ ਹੋਵੇਗਾ। ਦੇਸ਼ ਭਗਤੀ ਦਾ ਜਜ਼ਬਾ ਕਿੰਨਾ ਵੀ ਹੋਵੇ, ਆਪਣੇ ਅਸਤਿਤਵ ਦੀ ਕੀਮਤ ਤੇ ਕੋਈ ਕੰਪਨੀ ਕਿੰਨੀ ਵੈਕਸੀਨ ਬਣਾਏਗੀ। ਡਿੰਗਾ ਤੇ ਸਰਕਾਰ ਹੌਂਕਣ ਵਾਲੇ ਬਾਜ਼ਾਰ ਦੀ ਬੇਸਿਕ ਗੱਲਾਂ ਜਾਣਨ ਨੂੰ ਕਹਿੰਦੇ ਨੇ ਕਿ ਪੈਸੇ ਦੀ ਕਮੀ ਨਹੀਂ ਹੋਣ ਦੇਣਗੇ। ਅਸੀਂ ਨਹੀਂ ਦੇ ਸਕਦੇ ਤਾਂ ਬਾਜ਼ਾਰ ਕੀਮਤ ਤੇ ਵੇਚ ਕੇ ਕਮਾਓ। ਕੰਪਨੀਆਂ ਨੂੰ ਕੁਝ ਮੁਨਾਫਾ ਮਿਲਦਾ ਤਾਂ ਉਹਨਾਂ ਦੇ ਲਈ ਆਫਤ ਅਵਸਰ ਹੁੰਦੀ, ਅਵਸਾਦ ਦਾ ਕਾਰਨ ਨਹੀਂ। ਸਰਕਾਰ ਜ਼ਰੂਰਤਮੰਦਾਂ ਨੂੰ ਘੱਟ ਕੀਮਤ ਤੇ ਜਾਂ ਮੁਫਤ ਵੈਕਸੀਨ ਦੇਣਾ ਚਾਹੁੰਦੀ ਹੈ ਤਾਂ ਸਬਸਿਡੀ ਦੇ ਸਕਦੀ ਸੀ। ਜਦੋਂ ਹੁਣ ਕਰੋਨਾ ਵਿਸਫੋਟ ਹੋ ਚੁੱਕਾ ਹੈ ਤਾਂ ਸਰਕਾਰ ਨੀਂਦ ਚੋਂ ਜਾਗੀ ਹੈ ਤੇ ਸਰਕਾਰ ਨੇ 19 ਅਪ੍ਰੈਲ ਨੂੰ ਕਿਹਾ ਕਿ ਕੰਪਨੀਆਂ ਕੀਮਤ ਤੈਅ ਕਰ ਪਾਉਣਗੀਆਂ। ਸਰਕਾਰ ਨੇ ਹੁਣ ਇਹ ਵੀ ਤੈਅ ਕੀਤਾ ਹੈ ਕਿ ਸੂਬਾ ਸਰਕਾਰਾਂ ਸਿੱਧੇ ਉਤਪਾਦਨ ਤੋਂ ਵੈਕਸੀਨ ਲੈ ਸਕਣਗੀਆਂ। ਇਹ ਮੰਗ ਉੜੀਸਾ ਸਰਕਾਰ ਨੇ ਕੀਤੀ ਸੀ, ਜੋ ਲੰਬੇ ਸਮੇਂ ਦੀ ਮੰਗ ਸੀ ਕਿ 18 ਸਾਲ ਤੋਂ ਉੱਪਰ ਦੇ ਹਰ ਸ਼ਖਸ ਨੂੰ ਟੀਕਾ ਦਿਵੋ। ਇਸ ਦੇ ਲਈ ਵੀ ਸਰਕਾਰ ਮੰਨ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ, ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਦਦ ਦਿਵੋ। ਜਿਸ ਦਿਨ 19 ਅਪ੍ਰੈਲ ਮਨਮੋਹਨ ਸਿੰਘ ਨੂੰ ਸਿਹਤ ਮੰਤਰੀ ਨੇ ਲਗਭਗ ਅਪੱਧਰੀ ਭਾਸ਼ਾ ਵਿੱਚ ਜਵਾਬ ਦਿੱਤਾ, ਉਸੇ ਦਿਨ ਕੁਝ ਘੰਟਿਆਂ ਬਾਅਦ ਹੀ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਕਿ ਕੰਪਨੀਆਂ ਨੂੰ ਮਦਦ ਦੇਵੇਗੀ। ਭਾਵ ਮਨਮੋਹਨ ਸਿੰਘ ਦੀ ਸਲਾਹ ਨੂੰ ਸਰਕਾਰ ਨੇ ਮੰਨ ਲਿਆ, ਪਰ ਜਿਸ ਤਰੀਕੇ ਮੀਡੀਆ ਵਿੱਚ ਉਹਨਾਂ ਦੀ ਸਲਾਹ ਤੇ ਸਵਾਲ ਚੁੱਕੇ, ਕਾਂਗਰਸ ਸ਼ਾਸਨ ਵਾਲੇ ਸੂਬਿਆਂ ਵਿੱਚ ਕਰੋਨਾ ਦੇ ਵਧਣ ਦੇ ਤਾਨੇ ਮਾਰੇ, ਉਹ ਆਪਣੇ ਆਪ ਵਿੱਚ ਹੀ ਵੱਡੇ ਸਵਾਲ ਖੜੇ ਕਰਦਾ ਹੈ ਕਿ ਸਰਕਾਰ, ਖਾਸ ਕਰ ਸਿਹਤ ਮੰਤਰੀ, ਕਿਸ ਸੋਚ ਦੇ ਮਾਲਕ ਹਨ। ਪੰਜਾਬੀ 'ਚ ਮਸ਼ਹੂਰ ਕਹਾਵਤ ਹੈ ਕਿ ਵਿਹੜੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ। ਇਸੇ ਤਰਜ਼ ਤੇ ਕੇਂਦਰ ਸਰਕਾਰ ਚੱਲ ਰਹੀ ਹੈ, ਜਿਹੋ ਜਿਹੇ ਪ੍ਰਬੰਧ ਹਨ। ਸਮੱਸਿਆ ਇਹੀ ਹੈ ਕਿ ਸਰਕਾਰ ਰਿਐਕਟਿਵ ਹੈ, ਪ੍ਰੋਐਕਟਿਵ ਨਹੀਂ। ਸ਼ੁਰੂ ਵਿੱਚ ਸਰਕਾਰ ਨੇ ਤੈਅ ਕੀਤਾ ਕਿ ਵੈਕਸੀਨੇਸ਼ਨ 'ਚ ਸਭ ਕੁਝ ਖੁਦ ਕਰੇਗੀ। ਕੁਝ ਹੀ ਦਿਨ ਵਿੱਚ ਹਵਾ ਟਾਈਟ ਹੋ ਗਈ। ਫਿਰ ਤੈਅ ਕੀਤਾ ਗਿਆ ਕਿ ਪ੍ਰਾਈਵੇਟ ਸੈਕਟਰ ਦੀ ਮਦਦ ਲਈ ਜਾਵੇਗੀ। ਜਦੋਂ ਇਹ ਹੋਇਆ ਉਦੋਂ ਸਪੀਡ ਵਧੀ। ਅਜਿਹਾ ਕਿਉਂ ਕਿ ਸਰਕਾਰੀ ਮਸ਼ੀਨਰੀ ਦੀ ਸਮਰੱਥਾ ਦੇ ਬਾਰੇ 'ਚ ਪਤਾ ਨਹੀਂ ਸੀ। ਟੈਸਟਿੰਗ ਅਤੇ ਟ੍ਰੇਸਿੰਗ ਕਰੋਨਾ ਦੀ ਰੋਕਥਾਮ ਦੇ ਲਈ ਮੂਲ ਕਾਰਨ ਹਨ, ਪਰ ਸ਼ੁਰੂ ਵਿੱਚ ਸਰਕਾਰ ਨੇ ਹੀ ਇਹ ਖੁਦ ਦੇ ਕਮਜ਼ੋਰ ਮੋਢਿਆਂ ਤੇ ਲੱਦ ਲਿਆ। ਘੱਟ ਟੈਸਟ ਹੋਏ, ਬਾਅਦ ਵਿੱਚ ਨਿੱਜੀ ਸੈਕਟਰ ਨੂੰ ਖੋਲਿਆ ਗਿਆ। ਕਿ ਇਹ ਜਾਨਲੇਵਾ ਲੇਟ ਲਤੀਫੀ ਨਹੀਂ ਹੈ। ਬਿਨਾਂ ਆਕਸੀਜਨ ਜਦੋਂ ਸੂਬਿਆਂ ਦੀ ਸਾਹ ਉਖੜਨ ਲੱਗਦੀ ਹੈ ਤਾਂ ਸਰਕਾਰ ਸਮੀਖਿਆ ਬੈਠਕ ਕਰਨ ਲੱਗਦੀ ਹੈ। ਬੈਠਕ ਹੁੰਦੀ ਹੈ, ਇੰਡਸਟਰੀਅਲ ਸਪਲਾਈ ਰੁਕੇਗੀ, ਆਯਾਤ ਹੋਵੇਗਾ, ਟ੍ਰੇਨ ਤੋਂ ਸਪਲਾਈ ਹੋਵੇਗੀ, ਪਰ ਹਜੂਰ ਉਦੋਂ ਤੱਕ ਸਾਂਸਾਂ ਚੱਲਣਗੀਆਂ, ਇਹ ਵੱਡਾ ਸਵਾਲ ਹੈ। ਕੁੰਭ ਵਿੱਚ ਜਦੋਂ 50 ਲੱਖ ਲੋਕ ਸਿਰਫ 3 ਦਿਨ ਵਿੱਚ ਸ਼ਾਹੀ ਇਸ਼ਨਾਨ ਕਰ ਲੈਂਦੇ ਨੇ ਤਾਂ ਹਰ ਪਾਸੇ ਸਵਾਲ ਦੇ ਛਿੱਟੇ
ਪੈਣ ਲੱਗਦੇ ਹਨ ਤਾਂ ਕਹਿੰਦੇ ਨੇ ਕਿ ਅਪੀਲ ਹੈ ਕਿ ਇਸ ਨੂੰ ਪ੍ਰਤੀਕਾਤਮਕ ਰੱਖਿਆ ਜਾਵੇ। ਕੀ ਫਾਇਦਾ? ਭਗਵਾਨ ਨਾ ਕਰੇ ਅਜਿਹਾ ਹੋਵੇ, ਪਰ ਜੇਕਰ 50 ਲੱਖ ਵਿੱਚੋਂ 10% ਵੀ ਪ੍ਰਭਾਵਿਤ ਹੋਏ ਤਾਂ 5 ਲੱਖ ਸੁਪਰ ਸਪਰੈਡਰ ਨਾ ਸਹੀ ਸਪਰੈਡਰ ਹੋਏ। ਯਾਦ ਰੱਖੋ 19 ਅਪ੍ਰੈਲ ਨੂੰ ਦੇਸ਼ ਵਿੱਚ ਪੋਜ਼ਿਟਿਵਿਟੀ ਰੇਟ 20% ਤੋਂ ਵੱਧ ਸੀ। ਅਧੂਰਾ ਫੈਸਲਾ ਉਹ ਵੀ ਦੇਰ ਨਾਲ। ਜਰਾ ਹੋਰ ਪਿੱਛੇ ਚੱਲੋ। ਔਨ ਰਿਕਾਰਡ ਹੈ 13 ਮਾਰਚ 2020 ਨੂੰ ਸਿਹਤ ਸਕੱਤਰ ਨੇ ਕਿਹਾ ਕਰੋਨਾ ਨੂੰ ਲੈ ਕੇ ਹੈਲਥ ਐਮਰਜੈਂਸੀ ਵਾਲੀ ਸਥਿਤੀ ਨਹੀਂ ਹੈ। ਫਿਰ 24 ਮਾਰਚ 2020 ਨੂੰ ਦੇਸ਼ ਵਿਆਪੀ ਲਾਕਡਾਊਨ ਲਗਾ ਦਿੱਤਾ ਜਾਂਦਾ ਹੈ ਸਿਰਫ 4 ਘੰਟੇ ਦੇ ਨੋਟਿਸ ਤੇ। ਮਨੋ ਸਰਕਾਰ ਦੇ ਇਸ ਹੱਥ ਨੂੰ ਨਹੀਂ ਪਤਾ ਕਿ ਦੂਜਾ ਹੱਥ ਕੀ ਕਰ ਰਿਹਾ ਹੈ। ਹੈਰਾਨੀ ਹੈ ਇਸ ਗੱਲ ਦੀ। ਅੱਧੀ ਅਧੂਰੀ ਤਿਆਰੀ ਦੇ ਨਾਲ ਲਾਕਡਾਊਨ ਲੱਗਿਆ, ਮਜ਼ਦੂਰ ਪੈਦਲ ਚੱਲਣ ਲੱਗੇ, ਸੜਕਾਂ ਤੇ ਦਮ ਤੋੜਨ ਲੱਗੇ ਤਾਂ ਐਲਾਨ ਹੋਇਆ ਕਿ ਮਦਦ ਕਰਾਂਗੇ, ਰਾਸ਼ਨ ਦੇਵਾਂਗੇ, ਖਾਤਿਆਂ 'ਚ ਪੈਸੇ ਦੇਵਾਂਗੇ। ਪਰ ਜੋ ਵਿਚਾਰਾ ਸੜਕਾਂ ਤੇ ਚੱਲ ਰਿਹਾ ਸੀ ਉਸ ਤੱਕ ਤੁਸੀਂ ਮਦਦ ਕਿਵੇਂ ਪਹੁੰਚਾਓਗੇ? ਜਦੋਂ ਇਸ ਸਾਲ ਕਰ ਰਹੇ ਹਾਂ ਤਾਂ ਸੂਬਾ ਸਰਕਾਰਾਂ ਤੈਅ ਕਰਨ ਕਿ ਲਾਕਡਾਊਨ ਲਗਾਉਣਾ ਹੈ ਜਾਂ ਨਹੀਂ। ਕੀ ਤੁਹਾਨੂੰ ਸਿਆਸੀ ਤੌਰ ਤੇ ਜੋਖਿਮ ਭਰਿਆ ਕਦਮ ਲੱਗਦਾ ਹੈ ਲਾਕਡਾਊਨ? ਪੱਲਾ ਝਾੜ ਰਹੇ ਹੋ ਤਾਂ ਪਿਛਲੀ ਵਾਰ ਕਿਉਂ ਨਹੀਂ ਕੀਤਾ? ਅਸੀਂ ਇਹ ਨਹੀਂ ਕਹਿ ਰਹੇ ਕਿ ਲਾਕਡਾਊਨ ਲਗਾਓ, ਪਰ ਤੁਹਾਡੇ ਹੀ ਪੈਮਾਨੇ ਤੇ ਜੋ ਉਸ ਵੇਲੇ ਸਹੀ ਸੀ ਉਹ ਹੁਣ ਗਲਤ ਕਿਵੇਂ ਹੈ, ਜਦ ਕਿ ਅੱਜ ਪਿਛਲੇ ਸਾਲ ਦੀ ਉੱਚਤਮ ਸੰਖਿਆ 'ਚ 3 ਗੁਣਾ ਕੇਸ ਸਾਹਮਣੇ ਆਏ ਹਨ। ਮਜਬੂਰ ਸੂਬੇ ਹੁਣ ਖੁਦ ਫੈਸਲਾ ਲੈ ਰਹੇ ਹਨ, ਪਰ ਕੋਈ ਕੇਂਦਰੀਕ੍ਰਿਤ ਕੋਆਰਡੀਨੇਸ਼ਨ ਨਹੀਂ ਦਿਖਦਾ। ਕਰੋਨਾ ਦਾ ਅਟੈਕ ਰਾਸ਼ਟਰ ਵਿਆਪੀ ਹੈ, ਪਰ ਕਿਸੇ ਪੀੜਤ ਸੂਬੇ 'ਚ ਇੱਕ ਚੀਜ਼ ਬੰਦ ਹੈ ਤਾਂ ਦੂਜੇ 'ਚੋਂ ਖੁੱਲੀ ਹੈ। ਪਾਲਿਸੀ ਪੈਰਾਲਾਈਸਿਸ ਹੈ। ਪ੍ਰਚੰਡ ਪ੍ਰਕੋਪ ਦਰਮਿਆਨ ਤੁਹਾਨੂੰ ਚੋਣਾਂ ਕਰਾਉਣਾ, ਬੰਗਾਲ ਵਿੱਚ ਕੇਰਲ ਤੱਕ ਤੇ ਯੂਪੀ ਤੋਂ ਤਾਮਿਲਨਾਡੂ ਤੱਕ ਜ਼ਿਆਦਾਤਰ ਮਤਦਾਨ ਹੋ ਚੁੱਕਾ ਹੈ ਤਾਂ ਐਲਾਨ ਕਰ ਰਹੇ ਹਨ ਕਿ ਛੋਟੀਆਂ ਰੈਲੀਆਂ ਕਰੋ। ਬੀਜੇਪੀ ਦੇ ਸਾਬਕਾ ਮੁਖੀ ਅੱਜ ਕਹਿੰਦੇ ਹਨ ਕਿ ਕਰੋਨਾ ਨੂੰ ਚੋਣਾਂ ਨਾਲ ਜੋੜਨਾ ਠੀਕ ਨਹੀਂ। ਕੱਲ ਮੌਜੂਦਾ ਮੁਖੀ ਕਹਿ ਰਹੇ ਹਨ ਕਿ ਕੋਵਿਡ ਨੂੰ ਦੇਖਦੇ ਹੋਏ ਛੋਟੀਆਂ ਰੈਲੀਆਂ ਕਰਾਂਗੇ। ਐਨੀ ਜ਼ਿਆਦਾ ਕਨਫਿਊਜ਼ਨ। ਚੋਣ ਕਮਿਸ਼ਨ ਦਾ ਤਾਂ ਅਲੱਗ ਹੀ ਲੈਵਲ ਹੈ। ਹੱਲਾ ਮੱਚਣ ਤੇ ਕਹਿਣ ਲੱਗਾ ਕਿ ਰਾਤ ਵਿੱਚ ਰੈਲੀਆਂ ਨਹੀਂ ਹੋਣਗੀਆਂ, ਰਾਤ 'ਚ ਰੈਲੀਆਂ। ਮਜ਼ਾਕ ਕਰ ਰਹੇ ਹੋ ਕੀ? ਮਜ਼ਾਕ ਹੀ ਹੈ। ਜਦੋਂ ਗਲੇ ਤੱਕ ਪਾਣੀ ਪਹੁੰਚਣ ਲੱਗਦਾ ਹੈ ਤਾਂ ਹੱਥ ਅਤੇ ਪੈਰ ਮਾਰਨ ਲੱਗਦੇ ਹਨ। ਖਮਿਆਜਾ ਉਦੋਂ ਤੱਕ ਆਉਣ ਵਾਲੇ ਕਈ ਸਾਲਾਂ ਤੱਕ ਦੇਸ਼ ਭੁਗਤੇਗਾ। ਰੋਜ਼ ਸਵੇਰੇ ਕਰੋਨਾ ਦੇ ਨਵੇਂ ਕੇਸ ਦਾ ਡੇਟਾ ਦੇਖਣ ਤੋਂ ਬਾਅਦ ਪਹਿਲਾ ਦਿਲ ਧੜਕਣ ਲੱਗਦਾ ਹੈ। ਸ਼ਾਇਦ ਦੁਨੀਆ ਦੇ ਕਿਸੇ ਕੋਨੇ ਵਿੱਚ ਕਿਸੇ ਕਾਲਜ ਵਿੱਚ ਪਾਲਿਸੀ ਪੈਰਾਲਾਈਸਿਸ ਦੇ ਉਦਾਹਰਣ ਦੇ ਕੇ ਸਮਝਣਾ ਹੋਵੇਗਾ ਤਾਂ ਭਾਰਤ ਨੂੰ ਵਿਸ਼ਾ ਬਣਾਉਣ 'ਚ ਸਨਮਾਨ ਪ੍ਰਾਪਤ ਹੋਵੇਗਾ। ਕੇਂਦਰ ਸਰਕਾਰ ਪਾਲਿਸੀ ਪੈਰਾਲਾਈਸਿਸ ਦੇ ਸਾਰੇ ਰਿਕਾਰਡ ਤੋੜ ਰਹੀ ਹੈ। ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।